तुद चित आए महानंदा, जिस बिसरे सो मर जाए। दयाल होवे जिस ऊपर करते, सो तुद सदा ध्याए। मेरे साहिब मेरे साहिब, तू मैं मान निमाणी। अरदास करी प्रभ अपने आगे, सुन सुन जीवा तेरी बाणी। अरदास करी प्रभ अपने आगे, सुन सुन जीवा तेरी बाणी। सन्मानयोग गुरु की साजी हुई गुरु रूप साध संगत जी, गुरबाणी ਦੀ ਵਿਚਾਰ ਨੂੰ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ ਦੇ ਨਾਲ ਗੁਰਦੇਵ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਰਾਗ ਸੂਹੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 747 ਅੰਗ ਤੋਂ ਆਰੰਭ ਹੋ ਕੇ 748 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਦੇ ਸੰਗ ਹੋ ਕੇ ਸਾਗਰ ਤੋਂ ਪਾਰ ਉਤਰਨ ਦੀ ਗੱਲ ਕੀਤੀ ਆ। ਗੁਰੂ ਜੀ ਦੇ ਜੋ ਬਚਨ ਹੁੰਦੇ ਆ ਸਾਨੂੰ ਦੱਸੇ ਹੋਏ, ਉਹਨਾਂ ਨੂੰ ਕਮਾ ਕੇ ਜੀਵਨ ਪੱਧਰ ਉੱਚਾ ਹੁੰਦਾ, ਉਹਦੇ ਬਾਰੇ ਦੱਸਿਆ ਹੈ। ਧਰਮ ਦੇ ਨਾਂ 'ਤੇ ਕੁਝ ਕਰਮ ਕਾਂਡ ਅਤੇ ਪਖੰਡ ਵੀ ਲੋਕ ਕਰਦੇ ਆ, ਜਿਹਦੇ ਕਰਕੇ ਉਹ ਲੁੱਟੇ ਜਾਂਦੇ ਨੇ। ਪਰ ਅਸਲ ਗੱਲ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਹੈ। ਕਰੋੜਾਂ ਤਰ੍ਹਾਂ ਦੇ ਤੀਰਥ ਨੇ, ਇਸ਼ਨਾਨ ਕਰਕੇ ਦੁਨੀਆ ਦੇ ਲੋਕਾਂ ਦੀ ਤਾਂ ਵੀ ਉਹਨਾਂ ਵਿੱਚ ਮੈਲ ਨਹੀਂ ਉਤਰਦੀ। ਸਾਧ ਸੰਗਤ ਵਿੱਚ ਆ ਕੇ ਜੋ ਹਰੀ ਦੇ ਗੁਣ ਗਾਉਂਦੇ ਨੇ, ਸੋ ਨਿਰਮਲ ਹੋ ਜਾਂਦੇ ਨੇ। ਕੇਵਲ ਵੇਦ ਕਤੇਬ ਪੜ੍ਹਨ ਨਾਲ ਵੀ ਮੁਕਤ ਨਹੀਂ ਹੋਈਦਾ, ਪਰ ਜੇ ਪਿਆਰ ਨਾਲ ਗੁਰਬਾਣੀ ਦਾ ਇੱਕ ਅੱਖਰ ਵੀ ਅੰਦਰ ਵਸ ਜੇ ਤੇ ਨਿਰਮਲ ਸੋਭਾ ਹੋ ਜਾਂਦੀ ਹੈ। ਗੁਰਬਾਣੀ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ਼ ਸਭ ਲਈ ਸਾਂਝਾ ਹੈ। ਜਿਹੜੇ ਵੀ ਗੁਰਮੁਖਾਂ ਨੇ ਇਸ ਗੁਰਬਾਣੀ ਨੂੰ ਜਪਿਆ, ਸੋ ਉੱਭਰ ਗਏ ਹਨ ਇਸ ਯੁੱਗ ਦੇ ਵਿੱਚੋਂ। ਘੱਟ ਘੱਟ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਰਮਿਆ ਹੋਇਆ ਨਜ਼ਰ ਆਇਆ। ਇਸ ਤਰ੍ਹਾਂ ਦਾ ਇਹ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਹੈ। ਸੋ ਆਓ ਆਪਾਂ ਵਿਸਥਾਰ ਦੇ ਨਾਲ ਇਹਨੂੰ ਵਿਚਾਰੀਏ, ਸਮਝੀਏ ਕਿ ਗੁਰੂ ਅਰਜਨ ਦੇਵ ਜੀ ਕੀ ਕਹਿ ਰਹੇ ਹਨ। ਰਾਗ ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਹੈ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਆ। ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਹੁਣ ਹਰ ਇਨਸਾਨ ਦੁਖੀ ਆ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਆ, ਨਾਨਕ ਦੁਖੀਆ
ਸਭ ਸੰਸਾਰ। ਬਾਲੀ ਰੋਵੈ ਨਾਹੀਂ ਪਤਾਰ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਇਵੇਂ ਫਿਰ ਸਾਰੇ ਹੀ ਦੁਖੀ ਨੇ, ਕੋਈ ਤਨ ਕਰਕੇ ਆ, ਕੋਈ ਮਨ ਕਰਕੇ ਆ, ਕੋਈ ਚਿੱਤ ਕਰਕੇ ਉਦਾਸ ਆ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੱਤ ਉਦਾਸ। ਏਕ ਏਕ ਦੁਖ ਸਭੀ ਕੋ ਸੁਖੀ, ਸੰਤ ਕਾ ਦਾਸ। ਇੱਕ ਦੁੱਖ ਸਾਰਿਆਂ ਕੋਲ ਹੀ ਆ, ਚਾਹੇ ਸਰੀਰ ਕਰਕੇ ਆ, ਚਾਹੇ ਮਨ ਕਰਕੇ ਆ, ਮਾਨਸਿਕ ਪਰੇਸ਼ਾਨੀ ਆ, ਚਾਹੇ ਚਿੱਤ ਕਰਕੇ ਉਦਾਸੀ ਆ। ਹੁਣ ਜਦੋਂ ਲੋਕ ਇੰਨੇ ਦੁਖੀ ਨੇ, ਉਹ ਚਾਹੁੰਦੇ ਆ ਸਾਡਾ ਜਿਹੜਾ ਦਰਦ ਆ, ਦੁੱਖ ਆ, ਛੇਤੀ ਹੀ ਇਹਦੇ ਤੋਂ ਸਾਨੂੰ ਮੁਕਤੀ ਮਿਲੇ, ਦਰਦ ਤੋਂ, ਦੁੱਖਾਂ ਤੋਂ ਬਚ ਜਾਈਏ। ਫਿਰ ਕੁਝ ਲੋਕ ਨੇ ਜਿਹੜੇ ਧਰਮ ਦੇ ਨਾਂ 'ਤੇ, ਜਿਨ੍ਹਾਂ ਨੇ ਭੇਖ ਧਾਰਨ ਕੀਤਾ ਹੋਇਆ ਵਾ, ਉਹ ਕੀ ਕਰਦੇ ਆ, ਉਹਨਾਂ ਲੋਕਾਂ ਨੂੰ ਕਹਿੰਦੇ ਨੇ ਆਓ ਤੁਸੀਂ, ਅਸੀਂ ਤੁਹਾਡਾ ਦਰਦ ਦੁੱਖ ਦੂਰ ਕਰੀਏ। ਉਹ ਇਹ ਨਹੀਂ ਕਹਿੰਦੇ ਕਿ ਦੁੱਖ ਜ਼ਿੰਦਗੀ ਦਾ ਹਿੱਸਾ ਵਾ, ਇਹ ਆ ਕੇ ਹੀ ਰਹੂਗਾ। ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਉਹ ਇਹ ਨਹੀਂ ਦੱਸਦੇ ਕਿ ਦੁੱਖ ਜ਼ਿੰਦਗੀ ਦਾ ਹਿੱਸਾ, ਉਹ ਇਹ ਗੱਲ ਨਹੀਂ ਸਮਝਾਉਂਦੇ। ਉਹ ਕਹਿੰਦੇ ਨੇ ਆਓ ਤੁਹਾਡੇ ਦੁੱਖਾਂ ਨੂੰ ਅਸੀਂ ਦੂਰ ਕਰ ਦਈਏ ਛਿਨ ਦੇ ਵਿੱਚ। ਫਿਰ ਉਹ ਜਿਹੜੇ ਭੋਲੇ ਭਾਲੇ ਲੋਕ ਨੇ, ਆਪਦੇ ਦੁੱਖਾਂ ਨੂੰ ਛੇਤੀ ਖਤਮ ਕਰਾਉਣ ਲਈ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਆ। ਇਹੋ ਜਿਹੇ ਕਰਮ ਧਰਮ ਪਖੰਡ, ਜਿਹੜੇ ਧਰਮ ਦੇ ਨਾਂ 'ਤੇ ਪਖੰਡ ਕਰਦੇ ਆ, ਇਹੋ ਜਿਹੇ ਕਰਮ ਕਰਦੇ ਆ। ਤਿੰਨ ਜਮ ਜਾ ਗਾਤੀ ਲੂਟੈ, ਕਿਉਂਕਿ ਲੋਕ ਵੀ ਚਾਹੁੰਦੇ ਆ ਹੁਣ ਛੇਤੀ ਉਹਨਾਂ ਦਾ ਛੇਤੀ ਦਰਦ ਦੂਰ ਹੋ ਜੇ, ਦੁੱਖ ਛੇਤੀ ਉਹਨਾਂ ਦਾ ਦੂਰ ਹੋ ਜੇ, ਪਰ ਅਜਿਹਾ ਕਦੇ ਵੀ ਨਹੀਂ ਹੁੰਦਾ। ਜੋ ਹੈ ਉਹ ਹੋ ਕੇ ਹੀ ਰਹੇਗਾ, ਜੋ ਹੋਣਾ ਹੁੰਦਾ ਹੈ ਹੁੰਦਾ ਹੀ ਹੈ, ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਇੱਕ ਹੀ ਚੀਜ਼ ਆ, ਕੋਈ ਜ਼ਿਆਦਾ ਫਰਕ ਨਹੀਂ। ਦੁੱਖ ਤੇ ਸੁੱਖ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ, ਜਿਵੇਂ ਕਿ ਦਿਨ ਤੇ ਰਾਤ ਨੇ। ਦਿਨ ਦੇ ਵਿੱਚ ਹੀ ਰਾਤ, ਰਾਤ ਦੇ ਵਿੱਚ ਹੀ ਦਿਨ ਲੁਕਿਆ ਹੋਇਆ ਵਾ। ਇੱਦਾਂ ਦੁੱਖਾਂ ਦੇ ਵਿੱਚ ਸੁੱਖ, ਦੇ ਸੁੱਖਾਂ 'ਚ ਦੁੱਖ। ਜਦੋਂ ਸੁੱਖ ਆਉਂਦਾ ਦੁੱਖ ਥੱਲੇ ਹੀ ਲੁਕਿਆ ਹੋਇਆ, ਜਦੋਂ ਸੁੱਖ ਆਉਂਦਾ ਦੁੱਖ ਥੱਲੇ ਹੀ ਆ, ਕਿਤੇ ਦੂਰ ਨਹੀਂ ਉਹਦੇ। ਇਸ ਕਰਕੇ ਕਰਮ ਧਰਮ ਪਖੰਡ ਜੋ ਦੀਸੈ। ਹੁਣ ਉਹ ਲੋਕ ਜਿਹੜੇ ਕਹਿੰਦੇ ਨੇ ਆਓ ਛੇਤੀ ਤੁਹਾਡਾ ਸਮਾਧਾਨ ਕਰੀਏ, ਨਿਜਾਗਤ ਦਵਾਈਏ ਦੁੱਖਾਂ ਤੋਂ, ਲੋਕ ਉਹਨਾਂ ਕੋਲ ਜਾਣਾ ਵੱਧ ਪਸੰਦ ਕਰਦੇ ਆ ਗੁਰੂ ਸਾਹਿਬ ਨਾਲੋਂ। ਗੁਰੂ ਸਾਹਿਬ ਨੇ ਕਹਿਣਾ ਕਿ ਦੁੱਖ ਇੱਕ ਜ਼ਿੰਦਗੀ ਦਾ ਹਿੱਸਾ ਹੈ, ਇਹ ਆ ਕੇ ਰਹੇਗਾ, ਇਹਨੂੰ ਹੰਢਾਉਣਾ ਪਵੇਗਾ। ਤੁਸੀਂ ਬਾਣੀ ਇੱਦਾਂ ਪੜ੍ਹੋ ਕਿ ਤੁਹਾਨੂੰ ਦੁੱਖ ਦੁੱਖ ਨਾ ਲੱਗੇ। ਗੁਰਬਾਣੀ ਨੇ ਇੱਦਾਂ ਸਾਨੂੰ ਕਹਿਣਾ, ਦੁੱਖ ਜ਼ਿੰਦਗੀ ਦਾ ਤੇ ਇਹ ਪੀੜਾ ਜ਼ਿੰਦਗੀ ਦਾ ਹਿੱਸਾ ਹੀ ਆ। ਤੁਸੀਂ ਬਾਣੀ ਇਸ ਤਰ੍ਹਾਂ ਪੜ੍ਹੋ ਕਿ ਤੁਹਾਨੂੰ ਉਹ ਦੁੱਖ ਨੂੰ ਸਹਿਣਾ ਆ ਜੇ। ਤੇਰਾ ਭਾਣਾ ਤੂੰ ਹੈ ਮਨਾਏ, ਜਿਸਨੂੰ ਹੋਏ ਦਇਆਲਾ। ਸਾਈ ਭਗਤ ਜੋ ਤੁਧ ਭਾਵੈ, ਤੂੰ ਸਰਬ ਜੀਆਂ ਪ੍ਰਤਪਾਲਾ। ਜੋ ਕਿਛ ਕਰੈ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਭਗਤ ਦੀ ਪਛਾਣ ਹੀ ਇਹ ਆ, ਜੋ ਜ਼ਿੰਦਗੀ 'ਚ ਹੋ ਰਿਹਾ ਕਬੂਲ ਹੈ, ਪ੍ਰਵਾਨ ਹੈ। ਤਾਂ ਇਸ ਕਰਕੇ ਹੁਣ ਉਹ ਲੋਕ ਜਿਹੜੇ ਆ, ਉਹ ਵਹਿਮਾਂ ਵਿੱਚ ਪਾ ਦਿੰਦੇ ਆ, ਭਰਮਾਂ ਵਿੱਚ ਪਾ ਦਿੰਦੇ ਆ। ਲੋਕ ਫਿਰ ਉਹਨਾਂ ਕੋਲ ਜਾਣਾ ਜ਼ਿਆਦਾ ਪਸੰਦ ਕਰਦੇ ਆ ਐਜ਼ ਏ ਕੰਪੇਅਰ ਬਾਣੀ ਨਾਲੋਂ, ਗੁਰਬਾਣੀ ਤੋਂ। ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਵੀ ਤੁਹਾਡੇ ਦੁੱਖਾਂ ਦਾ ਹੱਲ ਨਹੀਂ ਕਰ ਸਕਦਾ। ਜੋ ਵਾਹਿਗੁਰੂ ਨੇ ਤੁਹਾਡੇ ਕਰਮਾਂ ਦੇ ਵਿੱਚ ਲਿਖੇ ਹੋਏ ਆ, ਜੋ ਸੁੱਖ ਲਿਖਿਆ ਉਹਨੂੰ ਕੋਈ ਖੋਹ ਨਹੀਂ ਸਕਦਾ। ਮੱਥ ਹੈ ਜੋ ਤੁਰ ਲਿਖਿਆ, ਸੋ ਮੇਟ ਨਾ ਸਕੈ ਕੋਏ। ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੈ ਜਿਸਨੂੰ ਨਦਰ ਹੋਏ। ਫਿਰ ਤਾਂ ਇਨਸਾਨ ਦੂਜੇ ਬੰਦੇ ਨੂੰ ਪ੍ਰਸ਼ਾਦਾ ਹੀ ਨਾ ਛਕਣ ਦੇਵੇ ਜੇ ਉਹਦੇ ਵੱਸ ਹੋਵੇ।
ਸਭ ਕੋ ਤੇਰੇ ਵਸ। ਇਸ ਕਰਕੇ ਇਕ ਨਾ ਨੋ ਤੂੰ ਮੇਲ ਲੈ ਕੇ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ। ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਤੁਸੀਂ ਫਿਰ ਵਾਹਿਗੁਰੂ ਦਾ ਕੀਰਤਨ ਗਾਵੋ ਜਿਹਦੇ ਨਾਲ ਸੋਝੀ ਆਵੇ ਕਿ ਦੁੱਖ ਵੀ ਜ਼ਿੰਦਗੀ ਦਾ ਹਿੱਸਾ ਨੇ। ਸੰਤੋ ਸਾਗਰ ਪਾਰ ਉਤਰੀਐ। ਇਹ ਸਾਧੂ ਜਨੋ, ਸਾਗਰ ਜਿਹੜਾ ਹੈ ਦੁਨੀਆ ਸਾਗਰ ਆ, ਦੁਨੀਆ ਸਮੁੰਦਰ ਆ, ਚਿੱਕੜ ਦਾ ਭਰਿਆ ਹੋਇਆ। ਇਹਦੇ ਵਿੱਚੋਂ ਪਾਰ ਕਿਵੇਂ ਉਤਰੀਏ? ਜੇ ਕੋ ਬਚਨ ਕਮਾਵੇ ਸੰਤਨ ਕਾ। ਗੁਰੂ ਦਾ ਬਚਨ ਕਮਾਉਣ ਦੇ ਨਾਲ ਹੀ ਗੁਰਪ੍ਰਸਾਦੀ ਤਰੀਏ। ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਉਹਨੂੰ ਕਮਾਉਣ ਦੇ ਨਾਲ ਤਰਿਆ ਜਾਂਦਾ ਹੈ। ਸੋ ਹਮੇਸ਼ਾ ਤੁਸੀਂ ਵੇਖਿਓ, ਚਾਹੇ ਗੁਰਦੁਆਰਾ ਸਾਹਿਬ ਆ, ਚਾਹੇ ਮੰਦਰ ਆ, ਕੋਈ ਵੀ ਧਾਰਮਿਕ ਸਥਾਨ ਆ, ਉੱਥੇ ਹਮੇਸ਼ਾ ਹੀ ਕੋਮਲ ਵਸਤੂਆਂ ਜਿਹੜੀਆਂ ਨੇ ਉਹ ਚੜਾਈਆਂ ਜਾਂਦੀਆਂ। ਜਿਵੇਂ ਫੁੱਲ ਆ, ਫੁੱਲ ਚੜਾਏ ਜਾਂਦੇ ਆ, ਕੰਡੇ ਨਹੀਂ ਚੜਾਏ ਜਾਂਦੇ, ਪੱਥਰ ਨਹੀਂ ਚੜਾਏ ਜਾਂਦੇ। ਹਮੇਸ਼ਾ ਹੀ ਗੁਰਦੁਆਰਾ ਸਾਹਿਬ ਫੁੱਲ ਜਿਹੜੇ ਆ ਉਹ ਚੜਾਏ ਜਾਂਦੇ ਆ, ਕਠੋਰ ਚੀਜ਼ਾਂ ਨਹੀਂ ਚੜਾਈਆਂ ਜਾਂਦੀਆਂ। ਤਾਂ ਉਹਦਾ ਕਾਰਨ ਕੀ ਆ? ਕਾਰਨ ਉਹਦਾ ਇਹੀ ਆ ਕਿ ਜਿਹੜਾ ਇਨਸਾਨ ਇਹਨਾਂ ਫੁੱਲਾਂ ਵਰਗਾ ਹੈ, ਕੋਮਲ ਦਿਲ, ਉਹ ਕਬੂਲ ਆ ਗੁਰੂ ਦੇ ਦਰ 'ਤੇ। ਜਿਹੜਾ ਕੰਡੇ ਵਾਂਗ ਕਠੋਰ ਆ ਉਹ ਨਹੀਂ ਕਬੂਲ ਹੈਗਾ। ਫੁੱਲ ਕਿਉਂ ਚੜਾਏ ਜਾਂਦੇ ਆ, ਕੰਡੇ ਕਿਉਂ ਨਹੀਂ ਚੜਾਏ ਜਾਂਦੇ? ਕਈ ਵਾਰ ਇੱਦਾਂ ਹੁੰਦਾ, ਕਈ ਇਨਸਾਨ ਖੁਦ ਫੁੱਲਾਂ ਵਰਗੇ ਹੋ ਜਾਂਦੇ ਆ, ਫਿਰ ਉਹ ਖੁਦ ਹੀ ਪ੍ਰਮਾਤਮਾ ਦੇ ਦਰ 'ਤੇ ਚੜ੍ਹ ਜਾਂਦੇ ਆ। ਉਹ ਆਪਣੇ ਆਪ ਨੂੰ ਚੜ੍ਹਾ ਦਿੰਦੇ ਆ। ਸੋਨੇ ਨੂੰ ਚੜ੍ਹਾਉਣਾ, ਚਾਂਦੀ ਨੂੰ ਚੜ੍ਹਾਉਣਾ ਗੁਰੂ ਘਰ ਦੇ ਵਿੱਚ ਇਹ ਸਿੱਖਿਆ ਹੈ। ਆਪਣੇ ਆਪ ਨੂੰ ਹੀ ਚੜ੍ਹਾ ਦੇਣਾ। ਮਨ ਵੇਚੈ ਸਤਿਗੁਰ ਕੈ ਪਾਸ, ਇਹ ਇਹਦਾ ਫਲ ਆ ਸੰਗਤ ਦਾ, ਆਪਣੇ ਆਪ ਨੂੰ ਚੜ੍ਹਾ ਦੇਣਾ। ਇਸ ਕਰਕੇ ਤੇ ਫਿਰ ਉਹ ਜਿਹੜਾ ਇਨਸਾਨ ਫੁੱਲਾਂ ਵਰਗਾ ਹੋ ਗਿਆ ਤੇ ਹੁਣ ਉਹਦੀ ਜ਼ਿੰਦਗੀ ਇਹ ਆ ਕਿ ਉਹ ਆਪ ਹੀ ਗੁਰਦੁਆਰਾ ਸਾਹਿਬ ਆ ਕੇ ਪ੍ਰਵਾਨ ਹੋ ਗਿਆ, ਕਬੂਲ ਹੋ ਗਿਆ। ਤਾਂ ਉਹਦੀ ਪਛਾਣ ਕੀ ਆ ਅਭਿਆਸੀ ਦੀ? ਜੋ ਹੋ ਗਿਆ ਕਬੂਲ ਹੈ, ਪ੍ਰਵਾਨ ਹੈ। ਸੰਸਾਰੀ ਸਾਡੀ ਪਛਾਣ ਕੀ ਆ? ਜੋ ਹੋ ਗਿਆ ਅਸੀਂ ਕਹਿਣਾ ਇਹ ਕਿਉਂ ਹੋ ਗਿਆ, ਉਹ ਸਾਨੂੰ ਕਬੂਲ ਨਹੀਂ ਹੈਗਾ। ਇਹ ਸਾਡੀ ਪਛਾਣ ਆ, ਸੰਤ ਦੀ ਪਛਾਣ ਹੈ। ਹੋ ਗਿਆ ਜੋ ਸਭ ਠੀਕ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਸਭ ਕੁਝ ਠੀਕ ਹੀ ਆ, ਕੋਈ ਚੀਜ਼ ਬੁਰੀ ਨਹੀਂ। ਇੱਦਾਂ ਉਹਨਾਂ ਦਾ ਜੀਵਨ ਆ। ਕੋਟ ਤੀਰਥ ਮੱਜਨੇ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕਰੋੜਾਂ ਤੀਰਥ ਨੇ, ਕਰੋੜਾਂ ਹੀ ਇਸ਼ਨਾਨ ਸਰੋਵਰ ਆ, ਪਰ ਫਿਰ ਵੀ ਬੰਦੇ ਦੀ ਮੈਲ ਨਹੀਂ ਉਤਰ ਰਹੀ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਤਾਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਤੀਰਥਾਂ 'ਤੇ ਜਾਣ ਦੇ ਨਾਲੋਂ ਬਿਹਤਰ ਆ। ਤੀਰਥਾਂ 'ਤੇ ਜਾਓਗੇ, ਇਹਨੂੰ ਇਵੇਂ ਸਮਝੋ, ਤੀਰਥਾਂ ਨੂੰ ਮਾੜਾ ਨਹੀਂ ਕਹਿ ਰਹੇ। ਤੀਰਥਾਂ 'ਤੇ ਜਾਓਗੇ, ਉੱਥੇ ਜਾ ਕੇ ਚੁੱਭੀਆਂ ਲਾਓਗੇ, ਉੱਥੇ ਜਾ ਕੇ ਵੀ ਤਾਂ ਸੰਗਤ ਹੀ ਕਰਨੀ ਹੈ। ਉੱਥੇ ਜਾ ਕੇ ਉਹਨਾਂ ਨੇ ਇਹੀ ਕਹਿਣਾ ਕਿ ਨਾਮ ਜਪੋ ਮੇਰੇ ਸਾਜਨ ਸੈਣਾ। ਤੀਰਥਾਂ 'ਤੇ ਜਿਹੜਾ ਇਤਿਹਾਸ ਲਿਖਿਆ ਉਹ ਇਹੀ ਆ ਕਿ ਇੱਥੇ ਜਿਹੜੇ ਰੱਬ ਦੇ ਪਿਆਰੇ ਆਏ ਸੀ, ਉਹ ਬਾਣੀ ਪੜ੍ਹਨ ਵਾਲੇ ਸੀ, ਉਹਨਾਂ ਨੇ ਆ ਕੇ ਬੰਦਗੀ ਕੀਤੀ ਆ, ਫਿਰ ਇਹ ਤੀਰਥ ਪ੍ਰਗਟ ਹੋਏ। ਤੀਰਥ ਵੀ ਇਹੀ ਇਸ਼ਾਰਾ ਕਰ ਰਹੇ ਆ ਕਿ ਨਾਮ ਜਪੋ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਬਾਹਲੇ ਤੀਰਥਾਂ 'ਤੇ ਭਟਕਣ ਨਾਲੋਂ ਖੁਦ ਹੀ ਸਾਧ ਸੰਗਤ ਵਿੱਚ ਆ ਜਾਓ ਤੇ ਤੁਹਾਨੂੰ ਪਤਾ ਲੱਗੂ ਸੰਗਤ ਹੀ ਤੀਰਥ ਆ। ਜਿੱਥੇ ਜਿੱਥੇ ਗੁਰੂ ਸਾਹਿਬ ਜੀ ਗਏ, ਧਰਮਸ਼ਾਲਾ ਬਣਾਈ, ਕੀਰਤਨ ਹੋਇਆ, ਉਹ ਜਗ੍ਹਾ ਤੀਰਥ ਬਣੀ ਆ। ਤੀਰਥ ਬਣੀ ਕਾਹਦੇ ਨਾਲ? ਵਾਹਿਗੁਰੂ ਦੇ ਸਿਮਰਨ ਨਾਲ। ਕਬੀਰ ਸਾਹਿਬ ਜੀ ਕਹਿੰਦੇ ਮੈਂ ਉਦਾਸ ਹਾਂ ਇਸ ਗੱਲ ਤੋਂ ਕਿ ਦੁਨੀਆ ਦੇ ਲੋਕਾਂ ਨੂੰ ਸਮਝ ਨਹੀਂ। ਕਹੋ ਕਬੀਰ ਹਮ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਲੋਕ ਤੀਰਥਾਂ ਨੂੰ ਵੱਡਾ ਮੰਨਦੇ ਆ, ਪਰ ਜਦ ਕਿ ਉਹ ਕਹਿੰਦੇ ਤੀਰਥ ਨਹੀਂ ਵੱਡੇ, ਹਰੀ ਦਾ ਦਾਸ ਵੱਡਾ। ਤੀਰਥ ਵੱਡਾ ਕਿ ਹਰ ਕਾ ਦਾਸ, ਹਰੀ ਦਾ ਦਾਸ ਵੱਡਾ।
ਉਹਦੇ ਬੈਠਣ ਕਰਕੇ ਤੀਰਥ ਬਣਿਆ। ਇਸ ਕਰਕੇ ਉਹ ਕਹਿੰਦੇ ਲੋਕ ਤੀਰਥਾਂ ਨੂੰ ਕਹਿੰਦੇ ਨੇ ਕਿ ਇਹ ਬੰਦੇ ਨੂੰ ਜਾ ਕੇ ਨਿਰਮਲ ਕਰ ਦਿੰਦੇ ਆ, ਪਰ ਨਹੀਂ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਅਸਲੀ ਗੱਲ ਸੰਗਤ ਆ ਕਿੰਨਾਂ ਦੀ? ਇਹਨਾਂ ਦੀ ਹੋਈ, ਜਿਹੜੇ ਰੱਬ ਦੇ ਪਿਆਰੇ ਆ। ਇਹਨਾਂ ਦੇ ਚਰਨਾਂ ਦੀ ਧੂੜ ਵਿੱਚੋਂ ਪ੍ਰਗਟ ਹੋਏ ਆ ਤੀਰਥ। ਤਾਂ ਤੀਰਥਾਂ 'ਤੇ ਜਾਣਾ ਕੋਈ ਮਾੜੀ ਗੱਲ ਨਹੀਂ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਜੇ ਤੁਸੀਂ ਜਾ ਰਹੇ ਹੋ, ਤੁਹਾਡੇ 'ਚ ਕੋਈ ਬਦਲਾਵ ਨਹੀਂ ਦਿਖ ਰਿਹਾ, ਤੁਸੀਂ ਬੰਦਗੀ ਨਹੀਂ ਕਰ ਰਹੇ, ਸਿਰਫ ਉਹ ਪੜ੍ਹ ਕੇ ਮੁੜ ਰਹੇ ਹੋ, ਫਿਰ ਅੱਗੇ ਉਹ ਠੀਕ ਨਹੀਂ ਗੱਲ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ। ਇਕੱਲਾ ਇਹਨਾਂ ਨੂੰ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੁੰਦੀ, ਜੇ ਨਾ ਵਿਚਾਰੀਏ। ਜੇ ਵਿਚਾਰੀਏ ਹੀ ਨਾ ਤੇ ਫਿਰ ਗੱਲ ਨਹੀਂ ਬਣਦੀ। ਇਵੇਂ ਵੀ ਆ ਬਾਣੀ ਵਿੱਚ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨ ਕਰੇ ਵਿਚਾਰ। ਸਾਰੀ ਜਗ੍ਹਾ ਰੱਬ ਹੈ, ਸਾਰੇ ਹੀ ਆਪਾਂ ਰੱਬ ਨੂੰ ਵੇਖਦੇ ਹਾਂ ਰੋਜ਼। ਫੁੱਲ ਕਿਹਨੇ ਬਣਾਏ ਆ? ਰੱਬ ਨੇ ਬਣਾਏ ਆ। ਤਾਰੇ ਜਿਹੜੇ ਰਾਤ ਨੂੰ ਹੁੰਦੇ ਆ, ਰੱਬ ਨੇ ਬਣਾਏ ਆ। ਸਾਰੀ ਜਗ੍ਹਾ ਹੀ ਰੱਬ ਆ। ਪਰ ਕੇਵਲ ਇਵੇਂ ਨਹੀਂ ਸਰਨਾ ਵੀ ਹਰ ਜਗ੍ਹਾ ਆਪਾਂ ਰੱਬ ਨੂੰ ਵੇਖ ਰਹੇ ਹਾਂ ਕਿ ਇਹ ਉਹਦੀ ਹੈ ਬਣਾਈ, ਇਹ ਉਹਦੀ ਬਣਾਈ ਹੈ ਚੀਜ਼। ਕੋਈ ਵੀ ਆ, ਸੰਸਾਰ ਉਹਦਾ ਸਾਜਿਆ। ਇਵੇਂ ਨਹੀਂ ਇਕੱਲਾ ਮੁਕਤ ਹੁੰਦਾ। ਜਿਚਰ ਸ਼ਬਦ ਨ ਕਰੇ ਵਿਚਾਰ, ਡਿਠੈ ਮੁਕਤ ਨ ਹੋਵੇ। ਇਕੱਲਾ ਹਰ ਚੀਜ਼ ਦੇ ਵਿੱਚੋਂ ਪਰਮੇਸ਼ਰ ਵੇਖਣਾ, ਬਹੁਤ ਵਧੀਆ ਮਹਿਸੂਸ ਕਰਨਾ, ਪਰ ਜਦੋਂ ਤੱਕ ਬੰਦਾ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਹਨੂੰ ਇਹ ਗੱਲ ਦੀ ਸੋਝੀ ਨਹੀਂ ਆ ਸਕਦੀ ਕਿ ਹਰ ਬੰਦੇ ਵਿੱਚ ਰੱਬ ਆ, ਉਹਦੇ ਖੁਦ ਵਿੱਚ ਰੱਬ ਆ। ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨ ਕਰੇ ਵਿਚਾਰ। ਮਹਾਤਮਾ ਬੁੱਧ ਦਾ ਇੱਕ ਬੋਧੀ ਭਿਕਸ਼ੂ ਹੋਇਆ, ਬਹੁਤ ਜਾਗਿਆ ਹੋਇਆ, ਤੇ ਇੱਕ ਕਿਤਾਬ ਹੈ ਬਹੁਤ ਸੋਹਣੀ, ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ, ਮਹਾਤਮਾ ਬੁੱਧ ਨੂੰ ਨਮਸਕਾਰ। ਸਿੱਖ ਨੂੰ ਕੀ ਲੋੜ ਪਈ ਹੈ ਇੱਕ ਬੁੱਧ ਨੂੰ ਨਮਸਕਾਰ ਕਰਨ ਦੀ? ਕਿਉਂਕਿ ਬੁੱਧ 'ਚ ਅਜਿਹਾ ਬਹੁਤ ਕੁਝ ਆ, ਸਿੱਖ ਜਿਹੜੇ ਨੇ ਉਹ ਤੋਂ ਵੀ ਬਹੁਤ ਕੁਝ ਸਿੱਖ ਲੈਂਦੇ ਆ। ਮਹਾਤਮਾ ਬੁੱਧ ਦੀ ਖੁਦ ਦੀ ਅਹਿਮੀਅਤ ਆ, ਗੁਰੂ ਸਾਹਿਬ ਦੀ ਖੁਦ ਦੀ ਅਹਿਮੀਅਤ ਆ। ਤਾਂ ਆਖੇ ਕੀਤੇ ਕੀਤੇ ਬੁੱਧ, ਜਿੰਨੇ ਵੀ ਬੁੱਧ, ਮਹਾਤਮਾ ਬੁੱਧ ਜਾਂ ਭਿੱਖੂ ਨੇ, ਇਹ ਰੱਬ ਦੇ ਸਾਜੇ ਹੁੰਦੇ ਆ। ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ। ਤਾਂ ਇੱਕ ਦਿਨ ਤੁਰਿਆ ਜਾ ਰਿਹਾ ਸੀ, ਉਹਦੇ ਜੀਵਨ ਦੀ ਗਾਥਾ ਤੁਹਾਨੂੰ ਸਮਝ ਲੱਗੂ ਕਿੰਨੇ ਜਾਗੇ ਹੁੰਦੇ ਆ ਇਹੋ ਜਿਹੇ ਲੋਕ। ਇਹ ਸਿਰਫ ਉਦਾਹਰਨਾਂ ਨੇ। ਤੇ ਰਸਤੇ ਦੇ ਵਿੱਚ ਕੁਝ ਫੁੱਲ ਖਿੜੇ ਹੋਏ ਸੀ। ਉਹ ਕਹਿਣ ਲੱਗਾ, ਹੇ ਵਾਹਿਗੁਰੂ ਪਰਮੇਸ਼ਰ, ਜੋ ਵੀ ਉਹ ਮੰਨਦੇ ਹਨ ਖੁਦਾ ਨੂੰ, ਕਹਿਣ ਲੱਗਾ, ਹੇ ਮਹਾਤਮਾ ਬੁੱਧ ਜੀ, ਜੇ ਤਾਂ ਮੈਂ ਫੁੱਲਾਂ ਨੂੰ ਤੋੜਦਾ, ਹੱਥ ਲਾਉਣਾ, ਤਾਂ ਇਹ ਫਿਰ ਮੈਲੇ ਹੁੰਦੇ ਆ, ਕਿਉਂਕਿ ਮੈਂ ਬਹੁਤ ਮੈਲਾ ਹਾਂ। ਉਹਨੇ ਮੰਨਿਆ ਕਿ ਮੈਂ ਬਹੁਤ ਮੈਲਾ। ਜੇ ਤਾਂ ਮੈਂ ਫੁੱਲਾਂ ਨੂੰ ਹੱਥ ਲਾਉਣਾ, ਫਿਰ ਤਾਂ ਇਹ ਮੈਲੇ ਹੁੰਦੇ ਆ। ਜੇ ਮੈਂ ਤੋੜਦਾ ਤੇ ਕੁਮਲਾ ਜਾਣਗੇ, ਮੁਰਝਾ ਜਾਣਗੇ। ਮੇਰੇ ਹੱਥ ਲਾਇਆ ਮੈਲੇ ਹੁੰਦੇ ਨੇ, ਮੇਰੇ ਤੋੜਦਿਆਂ ਇਹ ਕੁਮਲਾ ਜਾਣਗੇ। ਤਾਂ ਇਹ ਜਿਹੜੇ ਫੁੱਲ ਨੇ, ਦੁਨੀਆ ਦੇ ਵਿੱਚ ਜਿੰਨੇ ਬਾਗ ਨੇ, ਉਹਨਾਂ ਦੇ ਵਿੱਚ ਜਿੰਨੇ ਲੱਗੇ ਹੋਏ ਫੁੱਲ ਨੇ, ਹੇ ਵਰਤਮਾਨ ਦੇ ਬੁੱਧ ਜੀ, ਹੇ ਭੂਤਕਾਲ ਦੇ ਬੁੱਧ ਜੀ, ਹੇ ਬੀਤੇ ਸਮੇਂ ਦੇ ਬੁੱਧ ਜੀ, ਹੇ ਭਵਿੱਖ ਕਾਲ ਦੇ ਬੁੱਧ ਜੀ, ਇਹ ਮੈਂ ਇਵੇਂ ਹੀ ਝੜੇ ਚੜਾਏ, ਜਿਵੇਂ ਜਿਸ ਤਰ੍ਹਾਂ ਚੜੇ ਹੋਏ ਆ ਟਾਹਣੀਆਂ 'ਤੇ। ਹਰ ਸੰਸਾਰ ਦੇ ਵਿੱਚ ਹਰ ਬਾਗ ਜਿੰਨੇ ਆ, ਜਿੰਨੇ ਵੀ ਦੇਸ਼ ਆ, ਉਹਨਾਂ ਵਿੱਚ ਜਿੰਨੇ ਵੀ ਬਗੀਚੇ ਆ, ਉਹਨਾਂ ਵਿੱਚ ਜਿੰਨੇ ਵੀ ਫੁੱਲ ਆ, ਇਹ ਮੈਂ ਇਵੇਂ ਟਾਹਣੀਆਂ 'ਤੇ ਲੱਗੇ ਤੁਹਾਡੇ ਅੱਗੇ ਅਰਪਣ ਕਰ ਦਵਾਂ। ਤਾਂ ਹੁਣ ਇਹ ਜਾਗਿਆ ਹੋਇਆ ਕੋਈ ਅਰਦਾਸ ਕਰ ਸਕਦਾ। ਜਦੋਂ ਬਾਣੀ ਵਿੱਚ ਇਹਦੀਆਂ ਪੰਕਤੀਆਂ ਮਿਲੀਆਂ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ, ਸੋ ਪਾਹਣ ਨਿਰਜੀਓ। ਭੂਲੀ ਮਾਲਣੀ ਹੈ ਓ, ਸਤਿਗੁਰ ਜਾਗਤਾ ਹੈ ਦਿਓ। ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਭਾਈ ਵੀਰ ਸਿੰਘ ਜੀ। ਤਾਂ ਉਹ ਫੁੱਲਾਂ ਨੂੰ ਕਹਿ ਰਿਹਾ, ਭਾਵ ਕਿ ਇੰਨਾ ਜਾਗਿਆ ਹੋਇਆ ਕਿ ਜੇ ਮੈਂ ਹੱਥ ਲਾਉਣਾ ਤੇ ਇਹਦੀਆਂ ਪੰਖੜੀਆਂ ਟੁੱਟਣਗੀਆਂ, ਮੈਲੇ ਹੋ ਜਾਣਗੇ, ਤੋੜਦਾ ਤੇ ਕੁਮਲਾ ਜਾਣਗੇ। ਕਿਉਂ ਨਾ ਮੈਂ ਰੱਬ ਦੇ ਅੱਗੇ, ਆਪਦੇ ਰੱਬ ਅੱਗੇ ਇਹ ਇੱਦਾਂ ਹੀ ਅਰਦਾਸ ਕਰਦਾ ਕਿ ਇੱਥੇ ਹੀ ਮੈਂ ਇਵੇਂ ਤੁਹਾਨੂੰ ਦੇ ਰਿਹਾ, ਇਵੇਂ ਇਹਨੂੰ ਪ੍ਰਵਾਨ ਕਰੋ, ਟਾਹਣੀ 'ਤੇ ਲੱਗਿਆ। ਤਾਂ ਇਹ ਜਾਗੇ ਹੋਏ ਬੰਦਿਆਂ ਦੀਆਂ ਗੱਲਾਂ ਨੇ।
बहुत उच्चियां। एक अखर जो गुरमुख जापै तिस की निर्मल सोई। ਤਾਂ ਟਾਹਣੀ ਨਾਲੋਂ ਫੁੱਲ ਤੋੜਨ ਦੀ ਕੀ ਲੋੜ ਆ, ਉਹਨੂੰ ਉੱਥੇ ਹੀ ਅਰਦਾਸ ਕਰ ਦਿਓ ਕਿ ਵਾਹਿਗੁਰੂ ਇਹਨੂੰ ਕਬੂਲ ਕਰ। ਇੱਕ ਅੱਖਰ, ਹੁਣ ਜਿਨ੍ਹਾਂ ਦੇ ਅੰਦਰ ਇੱਕ ਅੱਖਰ ਵਸ ਗਿਆ ਤੇ ਉਹਨਾਂ ਦੀ ਨਿਰਮਲ ਸੋਈ, ਉਹਨਾਂ ਦੀ ਇਹ ਨਿਰਮਲ ਸੋਈ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ। ਨਿਰਮਲ ਤੋਂ ਭਾਵ ਗੰਗਾ ਦੇ ਪਾਣੀ ਜੈਸਾ ਤੇ ਉਜਲਾ ਹੋ ਜਾਂਦਾ। ਖੱਤਰੀ ਬ੍ਰਾਹਮਣ ਸੂਦ ਵੈਸ਼, ਚਾਹੇ ਖੱਤਰੀ ਆ ਚਾਹੇ ਬ੍ਰਾਹਮਣ ਆ ਚਾਹੇ ਸੂਦਰ ਆ ਚਾਹੇ ਵੈਸ਼ ਆ, ਇਹ ਸਾਡੇ ਲਈ ਆ, ਇਹ ਸਾਨੂੰ ਦੱਸਿਆ ਸੀ, ਇਹਨਾਂ ਦੀ ਵੰਡੀ ਪਾਈ ਆ। ਗੁਰੂ ਲਈ ਸਾਰੇ ਇੱਕ ਆ। ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਗੁਰਬਾਣੀ ਦਾ ਉਪਦੇਸ਼ ਸਭ ਲਈ ਸਾਂਝਾ ਹੀ ਆ। ਕੋਈ ਵੀ ਇਹ ਨਹੀਂ ਕਿ ਬ੍ਰਾਹਮਣਾਂ ਲਈ ਹੋਈ ਆ। ਬ੍ਰਾਹਮਣਾਂ ਨੇ ਗੱਲ ਬਣਾਤੀ ਸੀ, ਬ੍ਰਾਹਮਣ ਹੀ ਸਿਰਫ ਸੰਸਕ੍ਰਿਤ ਪੜ੍ਹ ਸਕਦੇ ਸੀ, ਬ੍ਰਾਹਮਣ ਹੀ ਵਿੱਦਿਆ ਪੜ੍ਹਾ ਸਕਦੇ ਸੀ, ਉਹ ਵੀ ਉੱਚੀ ਜਾਤੀ ਵਾਲਿਆਂ ਨੂੰ। ਬ੍ਰਾਹਮਣ ਹੀ ਕਥਾ ਕਰ ਸਕਦੇ ਸੀ, ਬ੍ਰਾਹਮਣ ਹੀ ਕਥਾ ਸੁਣ ਸਕਦੇ ਸੀ। ਜਿਹੜਾ ਵੀ ਕੋਈ ਕਥਾ ਸੁਣਦਾ ਸੀ ਕੋਈ ਨੀਵੀਂ ਜਾਤੀ ਵਾਲਾ, ਤੇ ਉਹਦੇ ਕੰਨ ਜਿਹੜੇ ਨੇ, ਕੰਨਾਂ ਦੇ ਵਿੱਚ ਸਿੱਕਾ ਘੋਲ ਕੇ ਪਾ ਦਿੱਤਾ ਜਾਂਦਾ ਸੀ ਵੀ ਦੁਬਾਰਾ ਨਾ ਇਹ ਸੁਣੇ। ਕਿਸੇ ਵਕਤ ਇਹ ਵੀ ਹੁੰਦਾ ਰਿਹਾ। ਇਹ ਜਿਹੜੀ ਜਿੰਨੀ ਵੀ ਆਜ਼ਾਦੀ ਆ, ਇਹ ਸਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਰਦਾਰ ਹਰੀ ਸਿੰਘ ਨਲੂਆ ਜੀ, ਤੇ ਸਾਰਿਆਂ ਨੇ ਆਪਾਂ ਨੂੰ ਦਵਾਈ ਆ। ਉਹਦੇ ਵਿੱਚ ਇਹਨਾਂ ਸਾਰਿਆਂ ਦਾ ਯੋਗਦਾਨ ਆ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਗੁਰਮੁਖ ਨਾਮ ਜਪੈ। ਗੁਰਮੁਖ ਤਾਂ ਨਾਮ ਜਪਦੇ ਆ ਤੇ ਇਹ ਦੁਨੀਆ ਦੇ ਵਿੱਚੋਂ ਉੱਭਰ ਜਾਂਦੇ ਆ, ਵੱਖਰੇ ਹੋ ਜਾਂਦੇ ਆ, ਜਨੀਕ ਹੋ ਜਾਂਦੇ, ਵਿਲੱਖਣ ਹੋ ਜਾਂਦੇ ਆ। ਘਟ ਘਟ ਨਾਨਕ ਮਾਝਾ, ਉਹਨਾਂ ਨੂੰ ਫਿਰ ਹਰ ਦੇ ਵਿੱਚ ਰੱਬ ਦਿਸਦਾ। ਉਹ ਤਾਂ ਜਨੀਕ ਭਗਤ ਕਿਉਂ ਵਿਲੱਖਣ ਆ, ਉਹਨਾਂ ਨੂੰ ਹਰ ਦੇ ਵਿੱਚ ਰੱਬ ਦਿਖਦਾ। ਅਸੀਂ ਕਿਉਂ ਇੱਦਾਂ ਵਾਂ, ਸਾਨੂੰ ਲੱਗਦਾ ਇਹ ਬੰਦਾ ਇਹੀ ਆ, ਇਹ ਬੰਦਾ ਇਹੀ ਆ, ਹਜੇ ਇਹ ਭਰਾ ਭਰਾ ਹੈ, ਭੈਣ ਭੈਣ ਆ। ਜਦੋਂ ਭਰਾ ਦਾ ਵੀ ਵਜੂਦ ਖਤਮ ਹੋ ਜੇ, ਭੈਣ ਦਾ ਵੀ ਵਜੂਦ ਖਤਮ ਹੋ ਜੇ, ਦੋਸਤ ਦਾ ਵੀ, ਹਰ ਚੀਜ਼ ਤੁਹਾਨੂੰ ਰੱਬ ਲੱਗਦੀ ਆ। ਉਹ ਸਭ ਤੋਂ ਉੱਪਰਲੀ ਅਵਸਥਾ, ਚੌਥਾ ਪਦਾ, ਉਹ ਬੰਦਾ ਲੀਨ ਹੋ ਗਿਆ। ਹੁਣ ਜਿਸ ਤਰ੍ਹਾਂ ਇੱਕ ਕਹਾਣੀ ਲਿਖੀ ਕਿਸੇ ਨੇ, ਬਹੁਤ ਪਿਆਰੀ, ਬਹੁਤ ਉੱਚੀ ਗੱਲ ਆ। ਉਹ ਕਹਿੰਦੇ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪਰਮਾਤਮਾ ਦੀ ਬਖਸ਼ਿਸ਼ ਆ। ਇਹ ਬੰਦੇ ਦਾ ਉਦਮ ਵੀ ਕਹਿ ਲਈਏ, ਉਹ ਵੀ ਹਉਮੈ ਹੀ ਆ ਜੂਗੀ। ਇਹ ਪਰਮਾਤਮਾ ਦੀ ਕਿਰਪਾ। ਕਹਿੰਦੇ ਨਦੀ ਸੀ ਕੋਈ, ਨਦੀ ਕਹਿ ਰਹੀ ਸੀ, ਕਹਿੰਦੇ ਨਾ ਮੈਨੂੰ ਕਦੇ ਕਿਸੇ ਨੇ ਆ ਕੇ ਕਿਤਾਬ ਦਿੱਤੀ ਹੈ। ਨਦੀ ਕਹਿ ਰਹੀ ਹੈ, ਨਾ ਮੈਨੂੰ ਕਦੇ ਕਿਸੇ ਨੇ ਆ ਕੇ ਕਿਤਾਬ ਦਿੱਤੀ ਆ, ਨਾ ਨਕਸ਼ਾ ਦਿੱਤਾ, ਨਾ ਸੋਝੀ ਦਿੱਤੀ ਆ ਕਿ ਸਮੁੰਦਰ ਵਿੱਚ ਇਉਂ ਮਿਲ ਜਾਈਦਾ। ਸਮੁੰਦਰ ਵਿੱਚ ਮਿਲਣਾ ਮੇਰੀ ਕਿਸਮਤ ਵਿੱਚ ਲਿਖਿਆ ਸੀ ਰੱਬ ਨੇ। ਮੈਨੂੰ ਨਹੀਂ ਪਤਾ ਵੀ ਕਿਹੜਾ ਰਾਹ ਹੈ ਜਾ ਕੇ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਨਦੀਆਂ ਜਿਹੜੀਆਂ ਨੇ, ਨਾਲੇ ਜਿਹੜੇ ਆ ਛੋਟੇ ਛੋਟੇ ਜਿਹੜੇ ਰੂਪ ਵਿੱਚ ਬਣੇ ਹੋਏ, ਉਹ ਸਮੁੰਦਰ 'ਚ ਜਾ ਕੇ ਰਲ ਜਾਂਦੇ ਆ। ਨਦੀ ਆਖ ਰਹੀ ਸੀ, ਨਾ ਤਾਂ ਮੈਨੂੰ ਕਦੇ ਕਿਸੇ ਨੇ ਨਕਸ਼ਾ ਦੱਸਿਆ ਕਿ ਕਿਵੇਂ ਜਾਵਾਂ ਸਮੁੰਦਰ ਵਿੱਚ, ਨਾ ਕਦੇ ਕਿਸੇ ਨੇ ਆ ਕੇ ਕਿਤਾਬ ਦਿੱਤੀ ਹੈ ਕੋਈ ਕਿਵੇਂ ਉਹਦੇ ਵਿੱਚ ਮਿਲੀ ਦਾ। ਉਹ ਕਹਿੰਦੀ ਬਸ ਮੈਂ ਮਿਲ ਗਈ, ਇਹ ਮੇਰੀ ਕਿਸਮਤ ਸੀ। ਭਾਵ ਕਿ ਉਹਦੀ ਕਿਰਪਾ ਸੀ, ਰਹਿਮਤ ਸੀ ਕਿ ਮੈਂ ਸਮੁੰਦਰ ਵਿੱਚ ਮਿਲ ਗਈ। ਹੁਣ ਇਹ ਬਹੁਤ ਉੱਚੇ ਲੋਕਾਂ ਦੀ ਗੱਲ ਆ। ਤੇ ਕਹਿਣ ਦਾ ਭਾਵ ਇਹ ਹੈ ਕਿ ਜੋ ਆਪਾਂ ਆਪਣੀ ਜ਼ਿੰਦਗੀ ਵਿੱਚ ਹੁੰਦਾ ਤੇ ਗੁਰਮੁਖਾਂ ਦੀ ਜ਼ਿੰਦਗੀ 'ਚ ਹੁੰਦਾ, ਉਹਦੇ ਵਿੱਚ ਫਰਕ ਕਿਉਂ ਆ? ਕਿਉਂਕਿ ਉਹ ਅਸੈਪਟ ਕਰ ਰਹੇ ਆ ਸਭ ਕੁਝ, ਅਸੀਂ ਉਹ ਤੋਂ ਵੱਖਰੇ ਹੋ ਕੇ ਚੱਲਣ ਲੱਗ ਜਾਂਦੇ ਹਾਂ। ਪੰਗਤੀ ਬਹੁਤ ਸੋਹਣੀ ਆ, ਜੋ ਕਿਛ ਕਰੈ ਰੱਬ ਨੇ ਜੋ ਕਰਤਾ ਸੋਈ ਪ੍ਰਭ ਮਾਨੇ। ਭਗਤ ਮੰਨ ਲੈਂਦਾ ਰੱਬ ਦੀ ਵੀ ਠੀਕ ਆ। ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਸੰਤਾਂ ਜੇਵੜ ਨਾ ਕੋਈ। ਜੋ ਤੁਹਾਡੀ ਜ਼ਿੰਦਗੀ 'ਚ ਨਫਾ ਹੋਇਆ ਕਬੂਲ, ਨੁਕਸਾਨ ਹੋਇਆ ਕਬੂਲ। ਜਿਹੜਾ ਬੰਦਾ ਨਫਾ ਹੋਣ 'ਤੇ ਪੈਰ ਨਹੀਂ ਛੱਡਦਾ, ਜਿਹੜਾ ਬੰਦਾ ਨਫਾ ਹੋਣ 'ਤੇ ਪੈਰ ਨਹੀਂ ਛੱਡਦਾ, ਉਹ ਬੰਦਾ ਨੁਕਸਾਨ ਹੋਣ 'ਤੇ ਰੋਂਦਾ ਨਹੀਂ। ਇਹ ਗੱਲ ਨੂੰ ਐਵੇਂ ਸਮਝੋ, ਜਿਹੜਾ ਇਨਸਾਨ ਨੁਕਸਾਨ ਹੋਣ 'ਤੇ ਰੋ ਰਿਹਾ ਹੈ, ਉਹ ਨਫਾ ਹੋਣ 'ਤੇ ਬਹੁਤ ਖੁਸ਼ ਹੁੰਦਾ ਹੋਊਗਾ। ਜੇ ਤੁਸੀਂ ਨਫਾ ਹੋਣ 'ਤੇ ਖੁਸ਼ ਹੋਣਾ ਛੱਡ ਦਿਓ, ਤੁਸੀਂ ਨੁਕਸਾਨ ਹੋਣ 'ਤੇ ਰੋਣਾ ਛੱਡ ਦੋਗੇ, ਇਹ ਤੋਂ ਬਚ ਜਾਓਗੇ।
ਜੇ ਤੁਸੀਂ ਕਿਸੇ ਚੀਜ਼ ਦੇ ਮਿਲਣ 'ਤੇ ਬਹੁਤ ਚਾਅ ਕਰਨਾ ਛੱਡ ਦਿਓ, ਉਹਦੇ ਖੁੱਸਣ 'ਤੇ ਤੁਸੀਂ ਦੁੱਖ ਮਨਾਉਣਾ ਛੱਡ ਦਿਓਗੇ। ਇਹ ਸਾਰੀਆਂ ਚੀਜ਼ਾਂ ਨੇ। ਜੇ ਤੁਸੀਂ ਆਪਦੀ ਸੋਭਾ ਸੁਣ ਕੇ ਫੁੱਲਣਾ ਛੱਡ ਦਿਓ, ਆਪਦੀ ਨਿੰਦਿਆ ਸੁਣ ਕੇ ਪਰੇਸ਼ਾਨ ਹੋਣਾ ਛੱਡ ਦਿਓਗੇ। ਇਹ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਅਸੀਂ ਇਹਨਾਂ ਨੂੰ ਵੱਖ-ਵੱਖ ਮੰਨਦੇ ਹਾਂ। ਦੁੱਖ ਅਤੇ ਸੁੱਖ ਕੋਈ ਬਾਣੀ ਤਾਂ ਕਹਿੰਦੀ ਇੱਕ ਚੀਜ਼ ਹੀ ਆ, ਫਰਕ ਨਹੀਂ। ਨਿੰਦਿਆ ਅਤੇ ਸੋਭਾ ਇੱਕ ਚੀਜ਼ ਹੀ ਆ, ਕੋਈ ਬਾਹਲਾ ਵੱਡਾ ਫਰਕ ਨਹੀਂ ਇਹਨਾਂ 'ਚ। ਇੱਕ ਹੀ ਸਿੱਕਾ, ਪਾਸਾ ਉਹਦਾ ਦੂਜਾ ਹੋ ਜਾਂਦਾ ਕਈ ਵਾਰ। ਖੁਸ਼ੀ ਗਮੀ ਕੋਈ ਵੱਖ-ਵੱਖ ਚੀਜ਼ ਨਹੀਂ, ਇੱਕ ਸਿੱਕਾ ਹੀ ਆ। ਅਤੇ ਇਹਨੂੰ ਸਮਝਣ ਲਈ ਬਹੁਤ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ। ਉਦਮ ਕਹਿੰਦੇ ਆ, ਆਪਦਾ ਉਦਮ ਵੀ ਕਹੀਏ ਅਤੇ ਹਉਮੈ ਆਉਂਦੀ ਹੈ ਕਿ ਕਹੀਏ ਆਪਦੇ ਉਦਮ ਨਾਲ ਸਮਝ ਲਿਆ, ਜਾਂ ਮੈਂ ਕਿਤਾਬਾਂ ਪੜ੍ਹ ਕੇ ਗੱਲਾਂ ਸਮਝਣੀਆਂ। ਨਹੀਂ, ਇਹ ਉਹਦੀ ਅਸੀਸ ਆ, ਇਹ ਉਹਦੀ ਬਖਸ਼ਿਸ਼ ਆ। ਰੋਜ਼ਾਨਾ ਜਿਹੜੀ ਸਾਖੀ ਸੁਣਨੀ ਉਹ ਸਰਵਣ ਕਰੋ ਆਪ ਜੀ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਇੱਕ ਟਾਪੂ ਆਇਆ, ਟਾਪੂ ਤੋਂ ਅੱਗੇ ਗਏ, ਇੱਕ ਨਗਰ ਆਇਆ। ਨਗਰ ਦੇ ਵਿੱਚ ਭਾਈ ਮਰਦਾਨਾ ਜੀ ਕਹਿਣ ਲੱਗੇ, ਕੈਸੀ ਨਗਰੀ ਆ? ਗੁਰੂ ਸਾਹਿਬ ਜੀ ਕਹਿੰਦੇ, ਕੌਡੇ ਰਾਖਸ਼ ਵਰਗੀ ਹੋਈ ਆ। ਉੱਥੇ ਇੱਕ ਸੀ, ਇੱਥੇ ਬਹੁਤ ਨੇ। ਕਹਿੰਦੇ ਤੁਸੀਂ ਇਸ ਨਗਰੀ ਵਿੱਚ ਜਾਓਗੇ? ਭਾਈ ਮਰਦਾਨਾ ਜੀ ਪੁੱਛ ਰਹੇ ਆ, ਤੁਸੀਂ ਇਸ ਨਗਰੀ ਵਿੱਚ ਜਾਓਗੇ? ਉਹ ਕਹਿੰਦੇ ਬਿਲਕੁਲ ਜਾਵਾਂਗੇ। ਉਹ ਕਹਿੰਦੇ ਫਿਰ ਤਾਂ ਮਰਨੀ ਹੋ ਗਿਆ ਨਾ। ਜੇ ਇੱਕ ਕੌਡਾ ਰਾਖਸ਼ ਆ ਜਿਹੜਾ ਫੜ ਕੇ ਮੈਨੂੰ ਤਲ ਰਿਹਾ ਸੀ, ਜਾਨ ਮਸਾਂ ਬਚੀ ਬਾਬਾ, ਪਹਿਲਾਂ ਤੁਸਾਂ ਬਚਾ ਲਈ। ਹੁਣ ਜੇ ਇੰਨੇ ਇਹੋ ਜਿਹੇ ਲੋਕ ਆ ਤਾਂ ਆਪਾਂ ਕਿਉਂ ਜਾਣਾ ਇੱਥੇ, ਕਿਉਂ ਜਾਈਏ? ਇਹੀ ਗੁਰੂ 'ਚ ਫਰਕ ਆ। ਗੁਰੂ ਸਾਹਿਬ ਜੀ ਉੱਥੇ ਜਾਂਦੇ ਆ ਜਿੱਥੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਲੋੜ ਹੁੰਦੀ ਆ। ਅਸੀਂ ਜਿੱਥੇ ਜਿਨ੍ਹਾਂ ਨੂੰ ਸਾਡੀ ਲੋੜ ਹੁੰਦੀ ਆ, ਭੈਣ ਭਾਈ ਵੀ ਬੋਲਣੋਂ ਹਟ ਜਾਂਦੇ, ਰਿਸ਼ਤੇਦਾਰ ਵੀ ਮੁਖੜਾ ਵੱਟ ਜਾਂਦੇ, ਜਦੋਂ ਮੱਥੇ ਦੇ ਲੇਖ ਫਟ ਜਾਂਦੇ, ਜਦੋਂ ਵਿਪਤਾ ਕਿਸੇ 'ਤੇ ਆਣ ਪੈਂਦੀ, ਜਦੋਂ ਕਿਸੇ ਨੂੰ ਲੋੜ ਪੈਂਦੀ ਆ ਸਾਡੀ, ਉਦੋਂ ਅਸੀਂ ਹੋਰ ਰਾਹ ਚੁਣ ਲੈਂਦੇ ਹਾਂ। ਗੁਰੂ ਨਹੀਂ ਇੱਦਾਂ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆਂ, ਇਹਨਾਂ ਨੂੰ ਸਾਡੀ ਲੋੜ ਬਹੁਤ ਆ, ਜਾਣਾ ਹੀ ਪੈਣਾ। ਉੱਥੇ ਜਾਂਦੇ ਆ ਅਤੇ ਉੱਥੋਂ ਦਾ ਜਿਹੜਾ ਰਾਜਾ ਹੈ, ਸ਼ੈਤਾਨ ਆ ਉਹ, ਦੇਵਲੂਤ ਉਹਦਾ ਨਾਮ ਆਇਆ। ਉਹਨੇ ਕੀ ਕੀਤਾ? ਕਹਿੰਦਾ ਅੱਜ ਇਹ 3 ਮਨੁੱਖ ਆਏ ਆ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਗੁਰੂ ਨਾਨਕ ਜੀ। ਉਹ ਕਹਿੰਦਾ ਅੱਜ ਮਨੁੱਖ ਦਾ ਆਪਾਂ ਮਾਸ ਛਕਣਾ। ਉਹ ਬੰਦੇ ਖਾਣ ਵਾਲੇ ਮਨੁੱਖ ਨੇ। ਕਹਿਣ ਲੱਗੇ ਇਹਨਾਂ ਨੂੰ ਜਾਓ ਅਤੇ ਫੜ ਕੇ ਲਿਆਓ। ਉਹ ਪਹਿਲੇ 3 ਸਾਥੀ ਭੇਜਦਾ, ਅੰਨੇ ਹੋ ਜਾਂਦੇ ਆ, ਉਹਨਾਂ ਨੂੰ ਦਿਖਦਾ ਨਹੀਂ ਕੁਝ। ਗੁਰੂ ਨਾਨਕ ਸਾਹਿਬ ਜੀ ਨੂੰ ਫੜਨ ਲਈ ਆਉਂਦੇ ਆ, ਅੰਨੇ ਹੋ ਜਾਂਦੇ ਆ। ਫਿਰ ਉਹ ਵਾਪਸ ਜਾਂਦੇ ਆ, ਉਹ ਕਹਿੰਦੇ ਸਾਨੂੰ ਦਿਖਣਾ ਬੰਦ ਹੋ ਗਿਆ। ਫਿਰ ਦੂਜੇ 3 ਭੇਜਦਾ, ਉਹ 7 ਵਾਰ ਇੱਦਾਂ ਹੁੰਦਾ, ਭਾਵ 7 ਵਾਰ ਇੱਦਾਂ ਵਾਰ-ਵਾਰ ਭੇਜਦਾ। ਹਰ ਵਿਅਕਤੀ ਇੰਨਾ ਹੋ ਰਿਹਾ, ਹਰ ਵਿਅਕਤੀ ਕੁਝ ਨਹੀਂ ਉਹ ਕਰ ਪਾ ਰਿਹਾ। ਫਿਰ ਉਹ ਜਿਹੜਾ ਉਹਦਾ ਵਜ਼ੀਰ ਆ ਦੇਵਲੂਤ ਦਾ, ਉਹ ਕਹਿਣ ਲੱਗਾ ਕਿ ਇਹ ਤਾਂ ਕੋਈ ਆਮ ਮਨੁੱਖ ਨਹੀਂ ਲੱਗਦੇ, ਸਾਨੂੰ ਇਹਨਾਂ ਦੇ ਕੋਲ ਜਾਣਾ ਚਾਹੀਦਾ। ਤਾਂ ਦੇਵਲੂਤ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ, ਮੈਂ ਖੁਦ ਜਾ ਕੇ ਵੇਖਦਾ। ਦੇਵਲੂਤ ਖੁਦ ਆਉਂਦਾ ਗੁਰੂ ਸਾਹਿਬ ਜੀ ਕੋਲੇ, ਅੰਨਾ ਹੋ ਜਾਂਦਾ। ਵਜ਼ੀਰ ਨੂੰ ਦਿਖਦਾ ਹੁੰਦਾ, ਬਾਕੀ ਸਾਰੇ ਅੰਨੇ ਹੋ ਜਾਂਦੇ। ਤਾਂ ਵਜ਼ੀਰ ਕਹਿੰਦਾ ਮੈਨੂੰ ਨਜ਼ਰ ਆ ਰਹੇ ਆ। ਦੇਵਲੂਤ ਕਹਿ ਰਿਹਾ ਮੈਨੂੰ ਨਹੀਂ ਦਿਖ ਰਹੇ। ਪਰ ਉਹ ਕਹਿੰਦਾ ਤੁਸੀਂ ਸ਼ਰਧਾ ਬਣਾਓ ਇਹਨਾਂ 'ਤੇ, ਕਿਉਂਕਿ ਗੁਰੂ ਸਾਹਿਬ ਜੀ ਤੁਹਾਡੇ ਵਰਗਿਆਂ ਨੂੰ ਦਰਸ਼ਨ ਨਹੀਂ ਦੇ ਸਕਦੇ, ਤਾਂ ਤੁਸੀਂ ਅੰਨੇ ਹੋ ਗਏ। ਫਿਰ ਉਹਨੇ ਮਨ 'ਚ ਸ਼ਰਧਾ ਲਿਆਂਦੀ ਕਿ ਮੈਨੂੰ ਬਖਸ਼ਾ ਲਓ, ਮੈਂ ਚਰਨਾਂ 'ਤੇ ਮੱਥਾ ਟੇਕਦਾ, ਚਰਨਾਂ 'ਤੇ ਮੱਥਾ ਟੇਕਦਾ, ਮੈਨੂੰ ਬਖਸ਼ਾ ਲਓ। ਫਿਰ ਉਹਨਾਂ ਨੂੰ ਦਿਖਣ ਲੱਗਾ। ਫਿਰ ਉਹ ਬਾਬਾ ਨਾਨਕ ਜੀ ਕੋਲ ਆਉਂਦੇ ਆ, ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਦਾ, ਮੈਨੂੰ ਮਾਫ਼ ਕਰ ਦਿਓ ਅਤੇ ਇਹ ਫਲ ਛਕ ਲਓ। ਫਲ ਲੈ ਕੇ ਆਉਂਦੇ। ਗੁਰੂ ਸਾਹਿਬ ਜੀ ਕਹਿੰਦੇ ਫਲ ਤਾਂ ਛਕਾਂਗੇ ਜੇ ਤੂੰ ਮੇਰਾ ਕਹਿਣਾ ਮੰਨੇਗਾ। ਉਹਨੂੰ ਆਖਿਆ ਜੇ ਤੂੰ ਮੇਰਾ ਬਚਨ ਕਮਾਵੇਂਗਾ ਨਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਹੁਕਮਨਾਮਾ ਹੈ ਅੱਜ ਦਾ। ਜੇ ਤੂੰ ਬਚਨ ਕਮਾਵੇਂਗਾ ਫਿਰ ਮੈਂ ਤੇਰੇ ਲਿਆਂਦੇ ਫਲ ਛਕੂੰਗਾ, ਇਸ ਤੋਂ ਬਿਨਾਂ ਨਹੀਂ। ਉਸ ਤਰ੍ਹਾਂ ਫਿਰ ਉਹਨੇ ਆਖਿਆ ਮਹਾਰਾਜ ਬਚਨ ਤਾਂ ਕਰੋ, ਮੈਂ ਜ਼ਰੂਰ ਮੰਨੂੰਗਾ। ਇਹ ਬਚਨ ਕੀ ਸੀ? ਕੱਲ੍ਹ ਦੇ ਦੀਵਾਨ ਵਿੱਚ ਤੁਸੀਂ ਸਰਵਣ ਕਰੋਗੇ। ਸੋ ਗੁਰੂ ਪਿਆਰਿਓ, ਇਸ ਤਰ੍ਹਾਂ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਗੁਰੂ ਸਾਹਿਬ ਜੀ ਐਸੇ ਨੇ, ਜਿਵੇਂ ਬੇਬੇ ਨਾਨਕੀ ਜੀ ਕਹਿੰਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਜੇ ਤੁਸੀਂ ਜਦੋਂ ਪਹਿਲੀ ਉਦਾਸੀ ਹੈ, ਜੇ ਤੁਸੀਂ ਜਾਂਦੇ ਹੋ ਇੱਥੋਂ ਤੇ ਮੇਰੀ ਜ਼ਿੰਦਗੀ ਕਿੱਦਾਂ ਦੀ ਹੋਊਗੀ।
ਤੇ ਮੈਂ ਤਾਂ ਤੁਹਾਡੇ ਬਿਨਾਂ ਨਿਮਾਣੀ ਹਾਂ, ਮੈਂ ਤਾਂ ਤੁਧ ਬਿਨ ਖਰੀ ਨਿਮਾਣੀ ਹਾਂ। ਜੇ ਤੁਸੀਂ ਇੱਥੋਂ ਚਲੇ ਜਾਂਦੇ ਹੋ ਮੇਰੇ ਕੋਲੋਂ ਸੁਲਤਾਨਪੁਰੋਂ, ਮੇਰੀ ਜ਼ਿੰਦਗੀ ਕਿੱਦਾਂ ਦੀ ਹੋਊਗੀ? ਮੈਂ ਤਾਂ ਖਰੀ ਨਿਮਾਣੀ ਹਾਂ, ਮੇਰੀ ਜ਼ਿੰਦਗੀ ਬੇਇੱਜ਼ਤ ਵਾਂਗ ਆ ਤੁਹਾਡੇ ਬਿਨਾਂ। ਗੁਰੂ ਨਾਨਕ ਜੀ ਆਪਦੇ ਵੀਰ ਨੂੰ ਕਿਹਾ ਸੀ, ਉਹ ਕਹਿੰਦੇ ਜਦੋਂ ਤੁਸੀਂ ਮੈਨੂੰ ਯਾਦ ਕਰੋਗੇ ਉਦੋਂ ਮੈਂ ਹਾਜ਼ਰ ਹੋ ਜਾਊਂਗਾ, ਜਦੋਂ ਵੀ ਯਾਦ ਕਰੋਗੇ। ਤਾਂ ਗੁਰੂ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਬੇਇੱਜ਼ਤ ਹੁੰਦੀ ਆ, ਕੋਈ ਇੱਜ਼ਤ ਨਹੀਂ ਹੁੰਦੀ ਉਹਦੇ ਵਿੱਚ ਗੁਰੂ ਵਾਲੀ ਜ਼ਿੰਦਗੀ ਤੋਂ ਬਿਨਾਂ। ਭਾਵੇਂ ਬੰਦਾ ਕੁਝ ਵੀ ਹੋਵੇ, ਕੁਝ ਵੀ ਹੋਵੇ ਤੋਂ ਭਾਵ ਕੁਝ ਵੀ ਹੋਵੇ। ਜਿਹੜਾ ਇਨਸਾਨ ਇਹ ਕਹਿੰਦਾ ਜਨਮ ਹੋਣਾ ਸਾਡੇ ਹੱਥ ਵਿੱਚ ਆ, ਗੱਲ ਨੂੰ ਸਮਝੋ ਕਿ ਮਰਨ ਹੋਣਾ ਸਾਡੇ ਹੱਥ ਵਿੱਚ ਆ। ਕਈ ਵਾਰ ਆਪਾਂ ਇਹ ਕਹਿ ਦਿੰਦੇ ਹਾਂ ਜਨਮ ਹੋਣਾ ਸਾਡੇ ਹੱਥ ਨਹੀਂ, ਮਰਨ ਹੋਣਾ ਸਾਡੇ ਹੱਥ ਨਹੀਂ, ਵਿਚਕਾਰਲੀ ਜ਼ਿੰਦਗੀ ਸਾਡੇ ਹੱਥ 'ਚ ਆ। ਜਿਹੜਾ ਬੰਦਾ ਇਵੇਂ ਵੀ ਕਹਿ ਰਿਹਾ ਵਿਚਕਾਰਲੀ ਜ਼ਿੰਦਗੀ ਹੱਥ 'ਚ ਆ, ਉਹ ਹੋਰ ਕੁਝ ਵੀ ਹੋਵੇ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਜਿਹੜੇ ਲੋਕ ਚਿੰਤਾ ਕਰਦੇ ਆ ਆਪਦੀ ਜ਼ਿੰਦਗੀ ਦੀ, ਸਮਝ ਲਓ ਉਹਨਾਂ ਨੂੰ 1% ਵੀ ਆਪਦੇ ਗੁਰੂ 'ਤੇ ਭਰੋਸਾ ਨਹੀਂ। ਜੇ ਤੁਹਾਨੂੰ ਚਿੰਤਾ ਸਤਾ ਰਹੀ ਹੈ ਕੋਈ, ਬਸ ਤੁਸੀਂ ਸਮਝ ਲਓ ਗੁਰੂ ਨਾਨਕ 'ਤੇ ਤੁਹਾਨੂੰ ਬਿਲਕੁਲ ਯਕੀਨ ਹੀ ਨਹੀਂ ਹੈਗਾ, ਭਰੋਸਾ ਹੀ ਨਹੀਂ ਹੈਗਾ। ਗੁਰੂ ਸਾਹਿਬ ਕਿਰਪਾ ਕਰਨ, ਭਰੋਸਾ ਬਖਸ਼ਣ, ਆਪਣਾ ਸਦਕ ਬਖਸ਼ਣ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕੁਰ ਤੁਮ ਕਹਿ ਅਰਦਾਸ।